सुनो सुनावा पाठ पढ़ावा, आओ बच्चों सुनो सुनावा पाठ पढ़ावा। तो सुन के हुंदा पूरा याद सैंस पंजाबी अते हिसाब, ओ लगे अंग्रेजी भी प्यारी हिंदी समाजिक पढ़ लो सारी। चंगियां गल्लां गीत भी गावा, सुनो सुनावा पाठ पढ़ावा, सुनो सुनावा पाठ पढ़ावा। दुआपा रेडियो। प्यारे विद्यार्थियों, मैं इंद्रप्रीत सिंह धामी पंजाबी मास्टर सरकारी सैकेंडरी स्कूल दुबली ਜ਼ਿਲ੍ਹਾ ਤਰਨਤਾਰਨ ਤੋਂ ਅੱਜ ਆਪਾਂ ਜਮਾਤ 6ਵੀਂ ਦੀ ਪੰਜਾਬੀ ਦੀ ਪਾਠ ਪੁਸਤਕ ਵਿਚਲੀ ਦੂਜੀ ਨੰਬਰ ਦੀ ਜਿਹੜੀ ਕਹਾਣੀ ਆ ਆਪਣੇ ਆਪਣੇ ਥਾਂ ਸਾਰੇ ਚੰਗੇ ਉਹ ਪੜ੍ਹਾਂਗੇ। ਬੇਟਾ ਜਿਵੇਂ ਤੁਸੀਂ ਛੋਟੇ ਜਿਹੇ ਹੋ ਨਾ, ਨਿੱਕੇ ਜਿਹੇ, ਇਹ ਕਹਾਣੀ ਵੀ ਬੜੀ ਛੋਟੀ ਹੈ, ਪਰ ਤੁਸੀਂ ਜਿਵੇਂ ਨਿੱਕੇ ਹੋ ਕਈ ਵਾਰ ਬੜੀਆਂ ਵੱਡੀਆਂ ਗੱਲਾਂ ਕਰ ਦਿੰਦੇ ਹੋ, ਬੜੇ ਵੱਡੇ ਕਾਰਨਾਮੇ ਕਰ ਲੈਂਦੇ ਹੋ। ਠੀਕ ਇਸੇ ਤਰ੍ਹਾਂ ਇਹ ਛੋਟੀ ਕਹਾਣੀ ਵੀ ਬੜਾ ਵੱਡਾ ਸੁਨੇਹਾ ਸਾਨੂੰ ਦੇ ਕੇ ਜਾਵੇਗੀ। ਇਹ ਬੇਟਾ ਕਹਾਣੀ ਪੜ੍ਹਨ ਤੋਂ ਪਹਿਲਾਂ ਥੋੜ੍ਹਾ ਜਿਹਾ ਮੈਂ ਤੁਹਾਨੂੰ ਪ੍ਰਸ਼ਨ ਕਰਨਾ ਚਾਹਾਂਗਾ। ਤੁਸੀਂ ਕਲਾਸ ਵਿੱਚ ਜਿੰਨੇ ਵੀ ਵਿਦਿਆਰਥੀ ਹੋ ਜਾਂ ਘਰ ਵਿੱਚ ਤੁਸੀਂ ਆਪਣੇ ਭੈਣ ਭਰਾਵਾਂ ਨਾਲ, ਗਲੀ ਗੁਆਂਢ ਬੱਚਿਆਂ ਨਾਲ ਜਦੋਂ ਖੇਡਦੇ ਹੋ, ਕਦੀ ਤੁਸੀਂ ਦੇਖਿਆ ਕਿ ਤੁਹਾਡੇ ਨਾਲੋਂ ਕਿਹੜਾ ਕੋਈ ਚੰਗਾ ਹੈ, ਕਿਹੜਾ ਕੁਝ ਵਧੀਆ ਕਰਦਾ ਹੈ? ਜਦੋਂ ਤੁਸੀਂ ਇਹ ਚੀਜ਼ ਨੂੰ ਦੇਖੋ ਅਤੇ ਹੋ ਸਕਦਾ ਤੁਹਾਨੂੰ ਲੱਗੇ ਕਿ ਹਰ ਜਾਣਾ ਹੀ ਵਧੀਆ ਕਰਦਾ, ਹਰ ਜਾਣਾ ਹੀ ਚੰਗਾ ਕਰਦਾ, ਕੋਈ ਵੀ ਕਿਸੇ ਨਾਲੋਂ ਘੱਟ ਨਹੀਂ। ਕੋਈ ਖੇਡਾਂ ਵਿੱਚ ਅੱਗੇ ਆ, ਕੋਈ ਪੜ੍ਹਾਈ ਵਿੱਚ ਅੱਗੇ ਆ, ਕੋਈ ਡਰਾਇੰਗ ਵਿੱਚ ਅੱਗੇ ਆ, ਕੋਈ ਹੋਰ ਕਿਸੇ ਖੇਤਰ ਵਿੱਚ ਅੱਗੇ ਆ। ਸੋ ਇੰਝ ਅਸੀਂ ਸਾਰੇ ਹੀ ਵੱਖਰੇ ਵੱਖਰੇ ਖੇਤਰਾਂ ਵਿੱਚ ਆਪਣੀ ਪਛਾਣ ਬਣਾਉਂਦੇ ਹਾਂ ਅਤੇ ਆਪਣੀ ਇੱਕ ਛਾਪ ਛੱਡਦੇ ਹਾਂ। ਇਹ ਕਹਾਣੀ ਵੀ ਕੁਝ ਇਸੇ ਕਿਸਮ ਦੀ ਸਾਨੂੰ ਜਿਹੜੀ ਆ ਉਹ ਸਿੱਖਿਆ ਦੇਵੇਗੀ ਅਤੇ ਆਪਾਂ ਕਹਾਣੀ ਨੂੰ ਚੰਗੀ ਤਰ੍ਹਾਂ ਸੁਣੀਏ। ਕਹਾਣੀ ਦਾ ਨਾਮ ਹੈ ਆਪਣੇ ਆਪਣੇ ਥਾਂ ਸਾਰੇ ਚੰਗੇ। ਲਿਖਤ ਦੱਸਦਾ ਹੈ, ਰਸੋਈ ਦੀ ਅਲਮਾਰੀ ਵਿੱਚ ਇਲਾਚੀ, ਸੌਂਫ, ਜਵੈਣ, ਅੰਬਚੂਰ ਅਤੇ ਅਨਾਰਦਾਨਾ ਵੱਖ ਵੱਖ ਲਿਫਾਫਿਆਂ ਅੰਦਰ ਬੈਠੇ ਰਹਿੰਦੇ ਸਨ। ਜਦੋਂ ਮਈ ਦਾ ਮਹੀਨਾ ਆਇਆ, ਮਈ ਦਾ ਮਹੀਨਾ ਪਤਾ ਆਪਣੇ ਬਹੁਤ ਗਰਮੀ ਹੁੰਦੀ ਹੈ ਅਤੇ ਉਹਨਾਂ ਨੂੰ ਕੀ ਹੋਇਆ, ਗਰਮੀ ਲੱਗੀ ਹੋਵੇਗੀ। ਫਿਰ ਦੁਪਹਿਰ ਵੇਲੇ ਇਲਾਚੀ ਨੂੰ ਬੜੀ ਗਰਮੀ ਲੱਗੀ, ਉਹ ਸਭ ਤੋਂ ਜਲਦੀ ਲਿਫਾਫੇ ਵਿੱਚੋਂ ਬਾਹਰ ਆ ਗਈ। ਫਿਰ ਸੌਂਫ ਨੂੰ ਵੀ ਗਰਮੀ ਲੱਗੀ ਅਤੇ ਜਵੈਣ ਨੂੰ ਵੀ ਗਰਮੀ ਲੱਗੀ। ਇਸ ਤੋਂ ਬਾਅਦ ਅੰਬਚੂਰ ਅਤੇ ਅਨਾਰਦਾਨੇ ਨੂੰ ਵੀ ਗਰਮੀ ਲੱਗੀ। ਸਾਰੇ ਹੀ ਹੌਲੀ ਹੌਲੀ ਕਰਕੇ ਇੱਕ ਇੱਕ ਕਰਕੇ ਲਿਫਾਫਿਆਂ ਦੇ ਵਿੱਚੋਂ ਬਾਹਰ ਨਿਕਲ ਆਏ। ਨੇੜੇ ਢੱਕਣ ਉੱਤੇ ਪੂਦਨਾ ਪਿਆ ਸੀ। ਪੂਦਨੇ ਨੂੰ ਵੀ ਢੱਕਣ ਬੜਾ ਗਰਮ ਲੱਗਾ। ਪੂਦਨਾ ਢੱਕਣ ਉੱਤੋਂ ਉਤਰ ਕੇ ਆਪਣੇ ਬੇਲੀ ਅਨਾਰਦਾਨੇ ਕੋਲ ਆ ਗਿਆ। ਕਿਸ ਦੇ ਕੋਲ ਆ ਗਿਆ? ਆਪਣੇ ਬੇਲੀ ਆਪਣੇ ਦੋਸਤ ਕੋਲ, ਅਨਾਰਦਾਨੇ ਦੇ ਕੋਲ ਆ ਗਿਆ। ਇਲਾਚੀ ਆਪਣੇ ਆਪ ਨੂੰ ਇਹਨਾਂ ਸਭਨਾਂ ਵਿੱਚੋਂ ਉੱਤਮ ਸਮਝਦੀ ਸੀ। ਕੀ ਸਮਝਦੀ ਸੀ? ਉੱਤਮ, ਸਭ ਤੋਂ ਵਧੀਆ ਸਮਝਦੀ ਸੀ। ਉਹ ਆਖਣ ਲੱਗੀ, ਮੈਂ ਬੜੀ ਸੁੰਦਰ ਹਾਂ, ਗੁਣਾਂ ਵਿੱਚ ਵੀ ਸਭ ਤੋਂ ਚੰਗੀ ਹਾਂ। ਤੁਸੀਂ ਮੇਰੇ ਨੇੜੇ ਬੈਠੇ ਚੰਗੇ ਨਹੀਂ ਲੱਗਦੇ। ਮੈਂ ਤੁਹਾਡੇ ਵਿੱਚੋਂ ਸਭ ਤੋਂ ਮਹਿੰਗੀ ਹਾਂ। ਸ਼ਰਬਤ ਬਣਾਓ ਤਾਂ ਮੈਨੂੰ ਵਿੱਚ ਪਾ ਲਓ, ਮੈਂ ਤਾਂ ਚੰਗੀਆਂ ਚੰਗੀਆਂ ਮਿਠਾਈਆਂ ਵਿੱਚ ਪੈ ਜਾਂਦੀ ਹਾਂ। ਸੌਂਫ ਅਤੇ ਜਵੈਣ ਇਕੱਠੀਆਂ ਬੈਠੀਆਂ ਸਨ। ਜਵੈਣ ਨੇ ਸੌਂਫ ਨੂੰ ਕਿਹਾ, ਦੇਖ ਭੈਣੇ, ਅੱਜ ਇਲਾਚੀ ਨੂੰ ਕੀ ਗਰਮੀ ਚੜ੍ਹ ਗਈ ਹੈ। ਕਹਿੰਦੀ ਏ ਅਸੀਂ ਇਹਦੇ ਨੇੜੇ ਨਾ ਬੈਠੀਏ, ਕਿਤੇ ਦੂਰ ਚਲੇ ਜਾਈਏ। ਵੱਡੀ ਗੁਣਾਂ ਵਾਲੀ। ਜਦੋਂ ਢਿੱਡ ਪੀੜ ਹੋਵੇ ਉਦੋਂ ਇਲਾਚੀ ਨੂੰ ਕੋਈ ਨਹੀਂ ਪੁੱਛਦਾ। ਸਾਰੇ ਹੀ ਤੈਨੂੰ ਜਾਂ ਮੈਨੂੰ ਹੀ ਖਾਂਦੇ ਨੇ। ਜੇ ਇਤਬਾਰ ਨਹੀਂ ਤਾਂ ਹਕੀਮਾਂ ਵੈਦਾਂ ਕੋਲੋਂ ਇਹ ਸਾਡੇ ਗੁਣ ਪੁੱਛ ਕੇ ਦੇਖ ਲਵੇ। ਸੌਂਫ ਬੋਲੀ, ਤੂੰ ਸੱਚ ਕਹਿੰਦੀ ਹੈ ਭੈਣੇ। ਜੇ ਕਿਸੇ ਸਿਆਣੇ ਕੋਲੋਂ ਇਨਸਾਫ ਕਰਾਇਆ ਜਾਵੇ ਨਾ ਤਾਂ ਉਹ ਤੇਰੀ ਗੱਲ ਸੱਚ ਦੱਸੇਗਾ। ਇਲਾਚੀ ਆਪਣੇ ਆਪ ਨੂੰ ਬੜੇ ਗੁਣਾਂ ਵਾਲੀ ਸਮਝਦੀ ਹੈ। ਹੋਵੇਗੀ ਆਪਣੇ ਘਰ ਅਸੀਂ ਕੋਈ ਔਗਣਾਂ ਵਾਲੀਆਂ ਹਾਂ। ਮੇਰੇ ਵਰਗੀ ਮਿੱਠੀ ਬਣ ਕੇ ਤਾਂ ਦੱਸੇ। ਸੁੰਘਣ ਵਿੱਚ ਭਾਵੇਂ ਚੰਗੀ ਹੈ, ਪਰ ਸੰਗਣ ਨੂੰ ਮੈਂ ਕਿਹੜਾ ਮੰਨਦੀ ਹਾਂ। ਮੈਂ ਵੀ ਤੇਰੇ ਵਾਂਗ ਵੈਦਾਂ ਹਕੀਮਾਂ ਦੇ ਬੜੇ ਕੰਮ ਆਉਂਦੀ ਹਾਂ। ਅੰਬਚੂਰ ਨੂੰ ਇਲਾਚੀ ਦੀ ਗੱਲ ਬੜੀ ਕੌੜੀ ਲੱਗੀ ਸੀ। ਉਸਨੇ ਕਿਹਾ, ਮੇਰੇ ਵਰਗੀ ਖਟਿਆਈ ਨਾ ਇਲਾਚੀ ਵਿੱਚ ਹੈ ਕਿ ਨਾ ਹੀ ਸੌਂਫ ਅਤੇ ਜਵੈਣ ਵਿੱਚ।
ਮੇਰੀ ਖਟਿਆਈ ਬਿਨਾਂ ਕਿੰਨੇ ਹੀ ਖਾਣੇ ਚੰਗੇ ਨਹੀਂ ਲੱਗਦੇ। ਅਨਾਰਦਾਨੇ ਨੂੰ ਬੜੀ ਗਰਮੀ ਲੱਗ ਰਹੀ ਸੀ। ਉਹ ਬੜੇ ਦੂਰ ਦਰਾਡੇ ਦੇਸ਼ ਕਸ਼ਮੀਰ ਤੋਂ ਆਇਆ ਸੀ, ਜਿੱਥੇ ਬੜੀ ਠੰਡ ਹੁੰਦੀ ਹੈ। ਅਨਾਰਦਾਨੇ ਨੇ ਬੜੇ ਲਾਲ ਹੋ ਕੇ ਕਿਹਾ, ਮੇਰੇ ਭਰਾ ਬਚੂਰ ਨੇ ਸੱਚ ਹੀ ਕਿਹਾ ਹੈ। ਖਟਿਆਈ ਬਿਨਾਂ ਕਿੰਨੇ ਹੀ ਖਾਣੇ ਚੰਗੇ ਨਹੀਂ ਲੱਗਦੇ। ਮੇਰੀ ਖਟਿਆਈ ਕਿੰਨੀ ਚੰਗੀ ਹੈ। ਪੂਦਨੇ ਦੀ ਚਟਨੀ ਮੇਰੇ ਤੋਂ ਬਿਨਾਂ ਚੰਗੀ ਨਹੀਂ ਲੱਗਦੀ। ਪੂਦਨੇ ਨੂੰ ਆਪਣੇ ਸਾਥੀ ਅਨਾਰਦਾਨੇ ਦੀ ਗੱਲ ਬੜੀ ਹੀ ਚੰਗੀ ਲੱਗੀ। ਪੂਦਨੇ ਨੇ ਆਖਿਆ, ਮੈਂ ਤੁਹਾਡੇ ਵਿੱਚੋਂ ਸਾਰਿਆਂ ਤੋਂ ਸਸਤਾ ਹਾਂ, ਪਰ ਸਿਆਣਾ ਸਭ ਤੋਂ ਵੱਧ ਹਾਂ। ਇਲਾਚੀ ਨੂੰ ਮਹਿੰਗੀਆਂ ਹੋਣ ਕਰਕੇ ਆਪਣੇ ਆਪ ਨੂੰ ਐਡੀ ਉੱਤਮ ਨਹੀਂ ਸਮਝਣਾ ਚਾਹੀਦਾ। ਉਹਨੂੰ ਸਾਡੇ ਨੇੜੇ ਬੈਠਿਆਂ ਨੱਕ ਮੂੰਹ ਨਹੀਂ ਚਾੜਨਾ ਚਾਹੀਦਾ। ਸਾਰਿਆਂ ਵਿੱਚ ਵੱਖ-ਵੱਖ ਗੁਣ ਹੁੰਦੇ ਹਨ। ਜਿਵੇਂ ਚਟਨੀ ਲਈ ਮੈਂ ਤੇ ਅਨਾਰਦਾਨਾ ਦੋਵੇਂ ਚਾਹੀਦੇ ਹਾਂ, ਇਸੇ ਤਰ੍ਹਾਂ ਹੀ ਸਾਡੇ ਵਿੱਚ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਰਹਿੰਦੀ ਹੈ। ਸਾਨੂੰ ਸਾਰਿਆਂ ਨੂੰ ਬੇਲੀ ਬਣ ਕੇ ਰਹਿਣਾ ਚਾਹੀਦਾ ਹੈ। ਸਾਰੇ ਆਪਣੇ ਆਪਣੇ ਥਾਂ ਚੰਗੇ ਹੁੰਦੇ ਹਨ। ਪੂਦਨੇ ਦੀ ਗੱਲ ਇਲਾਚੀ, ਜਵੈਣ, ਅੰਬਚੂਰ, ਅਨਾਰਦਾਨੇ ਸਾਰਿਆਂ ਨੇ ਸੁਣੀ। ਪੂਦਨੇ ਦੀ ਗੱਲ ਸਿਆਣੀ ਤੇ ਇਨਸਾਫ ਵਾਲੀ ਸੀ। ਇਲਾਚੀ, ਸੌਂਫ ਤੇ ਜਵੈਣ, ਅੰਬਚੂਰ ਤੇ ਅਨਾਰਦਾਨੇ ਨੂੰ ਪੂਦਨੇ ਦਾ ਕਿਹਾ ਚੰਗਾ ਲੱਗਾ। ਸਾਰੇ ਨੇ ਵਚਨ ਦਿੱਤਾ ਕਿ ਉਹ ਇੱਕ ਦੂਜੇ ਦੇ ਅਸਲੀ ਸਾਥੀ ਬਣਨਗੇ ਤੇ ਇਕੱਠੇ ਰਲ ਕੇ ਰਹਿਣਗੇ। ਦੁਪਹਿਰ ਦੀ ਤਿੱਖੀ ਗਰਮੀ ਘਟ ਚੁੱਕੀ ਸੀ। ਅਸਮਾਨ ਉੱਤੇ ਬੱਦਲ ਵੀ ਆ ਗਏ ਸਨ। ਇਲਾਚੀ, ਜਵੈਣ, ਅੰਬਚੂਰ ਤੇ ਅਨਾਰਦਾਨਾ ਸਾਰੇ ਖੁਸ਼ ਹੋ ਗਏ ਤੇ ਆਪਣੇ ਆਪਣੇ ਲਿਫਾਫਿਆਂ ਵਿੱਚ ਜਾ ਕੇ ਮਿੱਠੀ ਨੀਂਦੇ ਸੌਂ ਗਏ। ਪੂਦਨਾ ਵੀ ਢੱਕਣ ਤੇ ਜਾ ਕੇ ਲੇਟ ਗਿਆ। ਉਹਨੂੰ ਨੀਂਦਰ ਨਾ ਆਈ। ਉਹ ਰਾਤ ਪੈਣ ਤੱਕ ਜਾਗਦਾ ਰਿਹਾ ਤੇ ਰਾਤ ਨੂੰ ਰਸੋਈ ਦੀ ਬਾਰੀ ਵਿੱਚੋਂ ਅਸਮਾਨ ਉੱਤੇ ਚਮਕਦੇ ਤਾਰੇ ਤੱਕਦਾ ਰਿਹਾ। ਸੋ ਬੇਟਾ, ਇਹ ਸੀ ਕਹਾਣੀ ਆਪਣੇ ਆਪਣੇ ਥਾਂ ਸਾਰੇ ਹੀ ਚੰਗੇ। ਹੁਣ ਦੇਖੋ, ਕਹਾਣੀ ਜਦੋਂ ਆਪਾਂ ਪੜ੍ਹਨੀ ਸ਼ੁਰੂ ਕੀਤੀ ਤਾਂ ਇਲਾਚੀ ਸਭ ਤੋਂ ਪਹਿਲਾਂ ਜਦੋਂ ਲਿਫਾਫੇ 'ਚੋਂ ਬਾਹਰ ਆਈ ਅਤੇ ਉਸਨੇ ਆ ਕੇ ਕੀ ਆਖਿਆ ਕਿ ਮੈਂ ਤੁਹਾਡੇ ਸਾਰਿਆਂ ਤੋਂ ਚੰਗੀ ਹਾਂ। ਹੁਣ ਉਹ ਚੰਗੀ ਇਸ ਕਰਕੇ ਵੀ ਸਮਝਦੀ ਸੀ ਕਿ ਮੈਂ ਖੂਬਸੂਰਤ ਵੀ ਹਾਂ ਅਤੇ ਨਾਲ ਹੀ ਤੁਹਾਡੇ ਸਾਰਿਆਂ ਤੋਂ ਮਹਿੰਗੀ ਹਾਂ। ਫਿਰ ਉਸਨੂੰ ਘਮੰਡ ਕਿਸ ਗੱਲ ਦਾ ਸੀਗਾ ਕਿ ਜੇ ਮੈਂ ਮਹਿੰਗੀ ਹਾਂ, ਆਪਣੇ ਆਪ ਨੂੰ ਬਾਕੀਆਂ ਨਾਲੋਂ ਅਮੀਰ ਸਮਝਦੀ ਸੀਗੀ, ਵਧੀਆ ਸਮਝਦੀ ਸੀਗੀ, ਖੂਬਸੂਰਤ ਸਮਝਦੀ ਸੀਗੀ, ਅਤੇ ਉਸਦਾ ਇਹ ਮੰਨਣਾ ਸੀਗਾ ਕਿ ਤੁਸੀਂ ਮੇਰੇ ਕੋਲ ਬੈਠੇ ਚੰਗੇ ਨਹੀਂ ਲੱਗਦੇ, ਤੁਹਾਡਾ ਕੱਦ ਮੇਰੇ ਨਾਲੋਂ ਛੋਟਾ ਹੈ, ਤੁਸੀਂ ਮੇਰੇ ਨਾਲੋਂ ਬਹੁਤ ਥੱਲੇ ਹੋ, ਤੁਸੀਂ ਮੇਰੇ ਬਰਾਬਰ ਬੈਠ ਨਹੀਂ ਸਕਦੇ। ਉਸ ਦੀ ਇਹ ਗੱਲ ਸੁਣ ਕੇ ਹੌਲੀ ਹੌਲੀ ਜਿੰਨੀਆਂ ਬਾਕੀ ਦੀਆਂ ਚੀਜ਼ਾਂ ਸੀਗੀਆਂ, ਸਭ ਤੋਂ ਪਹਿਲਾਂ ਸੌਂਫ ਅਤੇ ਜਵੈਣ ਜਿਹੜੀਆਂ ਇਕੱਠੀਆਂ ਬੈਠੀਆਂ ਸੀ, ਉਹ 'ਚੋਂ ਪਹਿਲਾਂ ਜਵੈਣ ਨੇ ਇਹ ਗੱਲ ਆਖੀ ਕਿ ਇਹਨੂੰ ਖੋਰੇ ਕਾਹਦੀ ਇਹ ਗਰਮੀ ਚੜ੍ਹੀ ਹੈ, ਠੀਕ ਹੈ, ਕਿ ਅਸੀਂ ਇਹਦੇ ਨੇੜੇ ਨਾ ਬੈਠੀਏ, ਇਹ ਵੱਡੇ ਗੁਣਾਂ ਵਾਲੀ, ਸਾਡੇ ਵਿੱਚ ਵੀ ਬੜੇ ਗੁਣ ਨੇ। ਢਿੱਡ ਪੀੜ ਹੋਵੇ, ਪੇਟ ਦਰਦ ਹੋਵੇ ਜਦ ਵੀ, ਅਤੇ ਕੋਈ ਵੀ ਇਲਾਚੀ ਨਹੀਂ ਖਾਂਦਾ, ਉਸ ਸਮੇਂ ਤਾਂ ਜਵੈਣ ਹੀ ਖਾਧੀ ਜਾਂਦੀ ਹੈ। ਅਤੇ ਉਹ ਫਿਰ ਨਾਲ ਹੀ ਉਹਨਾਂ ਨੇ ਆਖਿਆ ਕਿ ਜਿਹਨੂੰ ਯਕੀਨ ਨਹੀਂ ਅਤੇ ਹਕੀਮਾਂ ਕੋਲ ਜਾ ਕੇ ਪੁੱਛ ਕੇ ਦੇਖੇ, ਉਹ ਜਦੋਂ ਵੀ ਵਰਤੋਂ ਕਰਦੇ ਆ ਜਵੈਣ ਜਾਂ ਸੌਂਫ ਦੀ ਕਰਦੇ ਆ, ਇਲਾਚੀ ਦੀ ਵਰਤੋਂ ਨਹੀਂ ਕਰਦੇ। ਉਹ ਦੋਵੇਂ ਆਪਣੇ ਗੁਣ ਦੱਸਣ ਲੱਗ ਗਈਆਂ। ਫਿਰ ਇੰਨੇ ਚਿਰ ਨੂੰ ਅੰਬਚੂਰ ਆ ਗਿਆ। ਅੰਬਚੂਰ ਨੇ ਆਪਣੀ ਗੁਣ ਦੱਸਣੇ ਸ਼ੁਰੂ ਕਰ ਦਿੱਤੇ ਕਿ ਮੇਰੇ ਤੋਂ ਬਿਨਾਂ ਜਿਹੜੀ ਆ ਉਹ ਖਟਿਆਈ ਬਣ ਹੀ ਨਹੀਂ ਸਕਦੀ, ਅਤੇ ਕਿੰਨੇ ਖਾਣੇ ਨੇ ਜਿਹੜੇ ਉਹ ਖਾਣੇ ਮੇਰੀ ਖਟਾਸ ਤੋਂ ਬਿਨਾਂ, ਮੇਰੇ ਪਾਉਣ ਤੋਂ ਬਿਨਾਂ ਸਵਾਦ ਬਣ ਹੀ ਨਹੀਂ ਸਕਦੇ, ਚੰਗੇ ਨਹੀਂ ਲੱਗਦੇ ਲੋਕਾਂ ਨੂੰ। ਫਿਰ ਉਸ ਤੋਂ ਬਾਅਦ ਅੰਬਚੂਰ ਤੋਂ ਬਾਅਦ ਅਨਾਰਦਾਨਾ ਵੀ ਆ ਗਿਆ। ਅਨਾਰਦਾਨਾ ਹੁਣ ਦੱਸਦੇ ਆ ਕਸ਼ਮੀਰ ਬੇਟਾ ਬਹੁਤ ਠੰਡੀ ਜਗ੍ਹਾ ਹੈ, ਬਰਫ਼ ਪੈਂਦੀ ਉੱਥੇ, ਪਹਾੜ ਨੇ, ਹੈ ਨਾ, ਉੱਥੋਂ ਆਉਂਦਾ ਹੈ ਅਤੇ ਉਹਨੂੰ ਤਾਂ ਗਰਮੀ ਵੱਧ ਲੱਗਣੀ ਸੀਗੀ। ਅਤੇ ਉਹਨੇ ਵੀ ਫਿਰ ਦੱਸਿਆ, ਕਹਿੰਦਾ ਕਿ ਅੰਬਚੂਰ ਬਹੁਤ ਠੀਕ ਕਹਿੰਦਾ ਹੈ, ਸਾਡੇ ਤੋਂ ਬਿਨਾਂ ਖਟਿਆਈ ਬਣ ਨਹੀਂ ਸਕਦੀ, ਪੂਦਨੇ ਦੀ ਚਟਨੀ ਬਣਾਉਣੀ ਹੋਵੇ ਅਤੇ ਮੈਨੂੰ ਵਿੱਚ ਨਾ ਪਾਇਆ ਜਾਵੇ, ਇਹ ਤਾਂ ਨਾਮੁਮਕਿਨ ਹੈ। ਫਿਰ ਪੂਦਨਾ ਇਹਨਾਂ ਦੀ ਗੱਲ ਸੁਣਦਾ ਪਿਆ ਸੀਗਾ, ਜਿਹੜਾ ਢੱਕਣ ਤੋਂ ਉਤਰ ਕੇ ਆਇਆ ਸੀਗਾ, ਉਸਨੇ ਫਿਰ ਇੱਕ ਬੜੀ ਹੀ ਸਾਰਿਆਂ ਨਾਲੋਂ ਸਿਆਣੀ ਗੱਲ ਆਖੀ। ਉਹਨੇ ਨਾਲ ਹੀ ਆਖੀ ਕਿ ਦੇਖੋ ਭਰਾਵੋ, ਭੈਣੋ ਅਤੇ ਭਰਾਵੋ, ਮੈਂ ਤੁਹਾਡੇ ਸਾਰਿਆਂ ਤੋਂ ਸਸਤਾ ਹੈ। ਹੁਣ ਉਹ ਸਸਤਾ ਤਾਂ ਬੇਸ਼ੱਕ ਹੈਗਾ ਸੀਗਾ, ਪਰ ਉਹਨੇ ਜਿਹੜੀ ਗੱਲ ਆਖੀ ਸੀਗੀ ਉਹ ਬਹੁਤ ਕੀਮਤੀ ਆਖੀ ਸੀ, ਬਹੁਤ ਵੱਡੀ ਆਖੀ ਸੀਗੀ। ਉਹਨੇ ਨਾਲ ਹੀ ਆਖਿਆ ਕਿ ਇਲਾਚੀ ਨੂੰ ਮਹਿੰਗੀਆਂ ਹੋਣ ਕਰਕੇ ਆਪਣੇ ਆਪ ਨੂੰ ਐਡੀ ਉੱਤਮ ਨਹੀਂ ਸਮਝਣਾ ਚਾਹੀਦਾ। ਹੁਣ ਇਹ ਬੇਟਾ ਇੱਕ ਤਰ੍ਹਾਂ ਦਾ ਪ੍ਰਤੀਕ ਹੈ ਕਿ ਕਿਸੇ ਬੰਦੇ ਨੂੰ, ਕਿਸੇ ਇਨਸਾਨ ਨੂੰ ਆਪਣੇ ਕਿਸੇ ਇਹੋ ਜਿਹੇ ਪੈਸੇ, ਧਨ ਦੌਲਤ ਦੇ ਜਾਂ ਅਮੀਰੀ ਦੇ ਗੁਣ ਕਰਕੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਸ਼੍ਰੇਸ਼ਟ ਜਾਂ ਵੱਧ ਚੰਗਾ ਨਹੀਂ ਸਮਝਣਾ ਚਾਹੀਦਾ। ਇਹ ਉਹਦਾ ਹੰਕਾਰ ਬਣਦਾ ਹੈ, ਅਤੇ ਹੰਕਾਰ ਹਮੇਸ਼ਾ ਲੜਾਈ ਝਗੜੇ ਨੂੰ ਹੀ ਜਨਮ ਦਿੰਦਾ ਹੈ, ਹਮੇਸ਼ਾ ਵਿਰੋਧਤਾ ਨੂੰ ਹੀ ਜਨਮ ਦਿੰਦਾ ਹੈ। ਕਿ ਉਹਦੇ ਕੋਲ
ਜਿੰਨਾ ਵੱਧ ਪੈਸਾ ਸੋਚਦਾ ਹੈ ਕਿ ਜਿਹੜਾ ਗਰੀਬ ਆ ਉਹ ਮੇਰੇ ਲਾਗੇ ਬੈਠ ਨਹੀਂ ਸਕਦਾ, ਮੇਰੇ ਤੋਂ ਪਰਾਂ ਹੋ ਜੇ। ਪਰ ਹਰ ਬੰਦਾ, ਚਾਹੇ ਉਹ ਗਰੀਬ ਆ ਚਾਹੇ ਉਹ ਕਿਸੇ ਵੀ ਤਰ੍ਹਾਂ ਹੈ, ਘੱਟ ਪੈਸਾ ਕਮਾਉਂਦਾ ਹੈ, ਉਹਦੇ ਕੋਲ ਆਪਣਾ ਹੁਨਰ ਆ, ਉਸੇ ਕੋਲ ਆਪਣੀ ਇੱਕ ਪਛਾਣ ਹੁੰਦੀ ਹੈ। ਅਤੇ ਹਰ ਪਛਾਣ, ਦੇਖੋ ਬੇਟਾ ਹੁਣ ਕਲਾਸ ਆ ਤੁਸੀਂ ਹੈ ਨਾ, ਜਾਂ ਆਪਣਾ ਦੇਸ਼ ਹੀ ਲੈ ਲਈਏ ਆਪਾਂ। ਆਪਣੇ ਦੇਸ਼ ਵਿੱਚ ਹੁਣ ਆਪਾਂ ਚੁਣਨਾ ਹੋਵੇ ਵੀ ਕੌਣ ਵੱਧ ਜਿਹੜਾ ਉਹ ਸ਼ਕਤੀਸ਼ਾਲੀ ਆ ਜਾਂ ਕਿਹੜਾ ਵੱਧ ਪ੍ਰਭਾਵਸ਼ਾਲੀ ਹੈ, ਤਾਂ ਬੇਟਾ ਹਰ ਬੰਦੇ ਦਾ ਹੁਣ ਇੱਕ ਮੰਨ ਲਓ ਆਪਾਂ ਦੇਖਦੇ ਹਾਂ ਵੀ ਇੱਕ ਟੀਮ ਖੇਡਦੀ ਪਈ ਹੈ, ਕ੍ਰਿਕਟ ਦੇ ਮੈਚ ਚੱਲਦਾ ਪਿਆ ਜਾਂ ਫੁੱਟਬਾਲ ਦਾ ਜਾਂ ਹਾਕੀ ਦਾ, ਅਤੇ ਉਹਦੇ ਵਿੱਚ ਸਾਰੇ ਹੀ ਪਲੇਅਰ ਆਪਣੀ ਆਪਣੀ ਬੇਟਾ ਭੂਮਿਕਾ ਨਿਭਾਉਂਦੇ, ਆਪਣੀ ਆਪਣੀ ਥਾਂ ਆਪਣੀ ਨੂੰ ਪੇਸ਼ ਕਰਦੇ ਨੇ। ਹੁਣ ਜੇ ਮੰਨ ਲਓ ਕ੍ਰਿਕਟ ਦੀ ਗੱਲ ਕਰਦੇ ਹਾਂ ਆਪਾਂ, ਬੋਲਰ ਆ ਉਹ ਵਧੀਆ ਬੋਲਿੰਗ ਕਰਾਏਗਾ ਅਤੇ ਬੈਟਸਮੈਨ ਜਿਹੜੇ ਆ ਖੇਡਣ ਵਾਲੇ ਉਹਨਾਂ ਦੀ ਬੋਲਿੰਗ ਤੋਂ ਮਤਲਬ ਘੱਟ ਸਕੋਰ ਬਣਾਉਣਗੇ। ਅਤੇ ਜੇ ਬੈਟਸਮੈਨ ਉਹਨਾਂ ਦੇ ਚੰਗੇ ਸਕੋਰ ਬਣਾਉਣਗੇ ਅਤੇ ਤਾਂ ਵੀ ਮੈਚ ਜਿੱਤਿਆ ਜਾ ਸਕਦਾ ਹੈ। ਇਸੇ ਤਰ੍ਹਾਂ ਫੀਲਡਰ ਨੇ ਜਾਂ ਜਿਹੜਾ ਕੀਪਰ ਆ, ਉਹ ਸਾਰੇ ਹੀ ਵਧੀਆ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਆ ਅਤੇ ਮੈਚ ਨੂੰ ਜਿੱਤਿਆ ਜਾ ਸਕਦਾ ਹੈ। ਕਾਰਨ ਇਹੀ ਹੁੰਦਾ ਹੈ ਕਿ ਆਪਣੀ ਆਪਣੀ ਥਾਂ ਸਾਰੇ ਹੀ ਚੰਗੇ ਹੁੰਦੇ ਨੇ, ਆਪਣੀ ਆਪਣੀ ਥਾਂ ਸਾਰਿਆਂ ਨੇ ਹੀ ਵਧੀਆ ਭੂਮਿਕਾ ਨਿਭਾਈ ਹੁੰਦੀ ਆ। ਅਤੇ ਪਰ ਜੇ ਆਪਾਂ ਚੁਣੀਏ ਕਿ ਕੋਈ ਖਾਸ ਇੱਕ ਬੰਦਾ ਕਰਕੇ ਹੀ ਮੈਚ ਜਿੱਤਿਆ ਗਿਆ ਤਾਂ ਅਜਿਹਾ ਨਹੀਂ ਹੁੰਦਾ, ਕਿਉਂਕਿ ਸਾਰਿਆਂ ਦਾ ਟੀਮ ਵਰਕ ਹੁੰਦਾ ਹੈ। ਉਸ ਟੀਮ ਵਰਕ ਦੇ ਨਾਲ ਹੀ ਕਿਸੇ ਚੀਜ਼ ਦੀ ਪ੍ਰਾਪਤੀ ਹੋ ਸਕਦੀ ਹੈ। ਤੁਸੀਂ ਵੀ ਕਈ ਵਾਰੀ ਕਲਾਸ 'ਚ ਖੇਡਦੇ ਹੋ, ਤੁਹਾਡੇ ਵਿੱਚ ਵੀ ਹੁਣ ਜਿੰਨੇ ਵਿਦਿਆਰਥੀ ਹੈ, ਮੈਂ ਪਹਿਲੇ ਵੀ ਕਹਾਣੀ ਪੜ੍ਹਾਉਣ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ, ਹੋ ਸਕਦਾ ਤੁਹਾਡੇ 'ਚੋਂ ਕਈ ਵਿਦਿਆਰਥੀ ਅਜਿਹੇ ਹੋਣਗੇ ਜਿਹੜੇ ਖੇਡਾਂ ਵਿੱਚ ਬੜੇ ਵਧੀਆ ਨੇ, ਕੋਈ ਵਿਦਿਆਰਥੀ ਇਹੋ ਜਿਹਾ ਹੋਊਗਾ ਜਿਹਨੂੰ ਡਰਾਇੰਗ ਦਾ ਸ਼ੌਂਕ ਆ, ਕੋਈ ਹੋਰ ਇਹੋ ਜਿਹੀਆਂ ਚੀਜ਼ਾਂ ਬਣਾ ਸਕਦਾ ਹੈ, ਕੋਈ ਚੀਜ਼ਾਂ ਇਕੱਠੀਆਂ ਕਰਦਾ ਹੈ, ਕਿਸੇ ਨੂੰ ਗਾਉਣ ਦਾ ਮਿਊਜ਼ਿਕ ਨਾਲ ਲਗਾਵ ਹੈਗਾ, ਕਿਸੇ ਨੂੰ ਪੜ੍ਹਾਈ ਵਿੱਚ ਆ, ਕਿਸੇ ਨੂੰ ਜਨਰਲ ਨੌਲੇਜ ਦੀਆਂ ਕੋਈ ਅਜਿਹੀਆਂ ਚੀਜ਼ਾਂ ਇਕੱਠੀਆਂ ਕਰਨ ਦਾ ਸ਼ੌਂਕ ਆ। ਸੋ ਸਾਰੇ ਬੰਦਿਆਂ ਵਿੱਚ, ਸਾਰੇ ਬੱਚਿਆਂ ਦੇ ਵਿੱਚ ਵੱਖਰੇ ਵੱਖਰੇ ਗੁਣ ਹੁੰਦੇ ਨੇ, ਅਤੇ ਆਪਾਂ ਕਦੇ ਵੀ ਇਹ ਨਹੀਂ ਚੁਣ ਸਕਦੇ ਵੀ ਫਲਾਣਾ ਜਿਹੜਾ ਬੱਚਾ ਹੈ ਜਾਂ ਉਹ ਬੱਚਾ ਹੈ ਇਹ ਸਾਰਿਆਂ ਨਾਲੋਂ ਸ਼੍ਰੇਸ਼ਟ ਆ। ਹਰ ਬੱਚਾ ਸ਼੍ਰੇਸ਼ਟ ਆ, ਕਿਉਂਕਿ ਹਰ ਬੱਚੇ ਦੀ ਆਪਣੀ ਆਪਣੀ ਇੱਕ ਥਾਂ ਹੈ, ਉਸ ਥਾਂ ਦੇ ਨਾਲ ਹੀ ਜਿਹੜੀ ਆਟੀ ਇੱਕ ਪਛਾਣ ਬਣਦੀ ਹੈ। ਤਾਂ ਸਮਝ ਲੱਗੀ ਬੇਟਾ ਕਿ ਕਹਾਣੀ ਸਾਨੂੰ ਕਿੰਨਾ ਵਧੀਆ ਸੁਨੇਹਾ ਦਿੰਦੀ ਹੈ। ਫਿਰ ਕਹਾਣੀ ਦੇਖੋ ਖਤਮ ਹੋਈ ਕਿ ਉਹ ਦੱਸਦਾ ਹੈ ਕਿ ਗਰਮੀ ਵੀ ਹੁਣ ਘੱਟ ਚੁੱਕੀ ਸੀਗੀ ਅਤੇ ਬਾਕੀ ਸਾਰਿਆਂ ਨੂੰ ਨੀਂਦਰ ਆ ਚੁੱਕੀ ਸੀਗੀ। ਹੁਣ ਉਹ ਗਰਮੀ ਦਾ ਹਟਣ ਦਾ ਮਤਲਬ ਕਿ ਉਹ ਜਿਹੜੇ ਮਨਾਂ ਦੇ ਵਿੱਚ ਸਾਡੇ ਗਰਮੀ ਸੀਗੀ, ਮਨਾਂ ਦੇ ਵਿੱਚ ਜਿਹੜੀ ਉਹ ਇੱਕ ਤਲਖ ਭਾਵਨਾ ਪੈਦਾ ਹੋਈ ਸੀ ਇੱਕ ਦੂਜੇ ਤੋਂ ਵੱਧ ਸ਼੍ਰੇਸ਼ਟ ਹੁੰਦੀ, ਉਹ ਖਤਮ ਹੋ ਚੁੱਕੀ ਸੀ। ਅਤੇ ਹੁਣ ਸਾਰਿਆਂ ਨੂੰ ਆਪੋ ਆਪਣੀ ਥਾਂ ਆਪਣੀ ਪਤਾ ਲੱਗ ਗਈ ਸੀ ਕਿ ਅਸੀਂ ਸਾਰੇ ਹੀ ਆਪੋ ਆਪਣੀ ਥਾਂ 'ਤੇ ਚੰਗੇ ਆ, ਸਾਡੇ ਆਪਣੇ ਆਪਣੇ ਗੁਣ ਹੈਗੇ ਨੇ, ਕੋਈ ਵੀ ਕਿਸੇ ਨਾਲੋਂ ਘੱਟ ਨਹੀਂ ਆ। ਸੋ ਇਹ ਕਹਾਣੀ ਸਾਨੂੰ ਬਹੁਤ ਹੀ ਖੂਬਸੂਰਤ ਸੁਨੇਹਾ ਦਿੰਦੀ ਹੈ। ਤੂੰ ਹੀ ਆਪਣੀ ਕਾਪੀਜ਼ 'ਤੇ ਇਹ ਕਹਾਣੀ ਦਾ ਜਿਹੜਾ ਸੁਨੇਹਾ ਹੈ ਜਾਂ ਕਹਾਣੀ ਦੀ ਸਿੱਖਿਆ ਹੈ ਉਹ ਵੀ ਜ਼ਰੂਰ ਲਿਖਣੀ ਹੈ ਕਿ ਇਹ ਕਹਾਣੀ ਸਾਨੂੰ ਕੀ ਸਿੱਖਿਆ ਦਿੰਦੀ ਹੈ। ਹੁਣ ਆਪਾਂ ਇਸ 'ਤੇ ਪ੍ਰਸ਼ਨਾਂ ਵੱਲੇ ਆਉਣੇ, ਬੜੇ ਛੋਟੇ ਛੋਟੇ ਬੇਟਾ, ਤੁਸੀਂ ਕਾਪੀਜ਼ 'ਤੇ ਆਪਣੀ ਲਿਖ ਲੈਣਾ, ਇਹਨਾਂ ਨੂੰ ਨੋਟ ਕਰ ਲੈਣਾ। ਪਹਿਲਾ ਹੈਗਾ ਹੈ, ਰਸੋਈ ਦੀ ਅਲਮਾਰੀ ਦੇ ਲਿਫਾਫਿਆਂ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਪਈਆਂ ਸਨ। ਠੀਕ ਹੈ, ਕਹਾਣੀ ਆਪਾਂ ਜਦੋਂ ਪੜ੍ਹਨੀ ਸ਼ੁਰੂ ਕੀਤੀ ਅਤੇ ਉਹਦੇ 'ਚ ਕੀ ਸੀਗਾ, ਦੱਸਿਆ ਸੀਗਾ ਕਿਹੜੀਆਂ ਕਿਹੜੀਆਂ ਚੀਜ਼ਾਂ, ਕਿ ਰਸੋਈ ਦੀ ਅਲਮਾਰੀ ਵਿੱਚ ਇਲਾਚੀ, ਸੌਂਫ, ਜਵੈਣ, ਅੰਬਚੂਰ ਅਤੇ ਅਨਾਰਦਾਣਾ ਵੱਖ ਵੱਖ ਚੀਜ਼ਾਂ ਲਿਫਾਫਿਆਂ 'ਚ ਪਈਆਂ ਸੀ। ਪੂਤਨਾ ਲਿਫਾਫੇ 'ਚ ਨਹੀਂ ਸੀ ਪਿਆ, ਉਹ ਤਾਂ ਪਤੀਲੇ ਦੇ ਢੱਕਣ ਦੇ ਉੱਪਰ ਪਿਆ ਸੀ, ਇਸ ਕਰਕੇ ਉਹਦਾ ਜ਼ਿਕਰ ਤੁਸੀਂ ਨਹੀਂ ਕਰਨਾ। ਅਗਲਾ ਸਵਾਲ ਗਾ, ਇਲਾਚੀ ਨੂੰ ਕਿਸ ਗੱਲ ਦਾ ਘਮੰਡ ਸੀ। ਹੁਣ ਵਾਰ ਵਾਰ ਪਹਿਲਾਂ ਜ਼ਿਕਰ ਹੋਇਆ ਵੀ ਇਹ ਇੱਕ ਬੜਾ ਵੱਡਾ ਔਗਣ ਹੁੰਦਾ ਕਿ ਕੋਈ ਬੰਦਾ ਆਪਣੀ ਅਮੀਰੀ ਨੂੰ ਪਛਾਣੇ। ਇਲਾਚੀ ਨੇ ਵੀ ਉਸ ਚੀਜ਼ ਨੂੰ ਆਪਣਾ ਘਮੰਡ ਬਣਾ ਲਿਆ ਕਿ ਮੈਂ ਸਾਰਿਆਂ ਨਾਲੋਂ ਮਹਿੰਗੀ ਹਾਂ, ਇਸ ਗੱਲ ਦਾ ਉਹਨੂੰ ਘਮੰਡ ਸੀ। ਅਤੇ ਉਹਨੇ ਬਾਕੀਆਂ ਨੂੰ ਤਾਂ ਹੀ ਕਹਿਤਾ ਕਿ ਤੁਸੀਂ ਮੇਰੇ ਲਾਗੇ ਬੈਠੇ ਚੰਗੇ ਵੀ ਨਹੀਂ ਲੱਗਦੇ। ਸੌਂਫ ਅਤੇ ਜਵੈਣ ਵਿੱਚ ਕਿਹੜੇ ਕਿਹੜੇ ਗੁਣ ਹੁੰਦੇ ਹਨ। ਸੌਂਫ ਅਤੇ ਜਵੈਣ ਵਿੱਚ ਦੋਨਾਂ ਵਿੱਚ ਇਹ ਹੁੰਦੇ ਨੇ ਕਿ ਜਦੋਂ ਵੀ ਕਿਸੇ ਦੇ ਕੋਈ ਪੇਟ ਦਰਦ ਹੁੰਦਾ ਹੈ ਤਾਂ ਉਹ ਕੋਈ ਵੀ ਇਲਾਚੀ ਨੂੰ ਨਹੀਂ ਖਾਂਦਾ, ਉਹ ਸੌਂਫ ਅਤੇ ਜਵੈਣ ਨੂੰ ਹੀ ਖਾਂਦਾ ਹੈ। ਠੀਕ ਹੈ, ਅਤੇ ਹਕੀਮ ਵੀ ਜਿਹੜੇ ਆ ਉਹ ਸੌਂਫ ਅਤੇ ਜਵੈਣ ਦੀ ਬਹੁਤ ਸਾਰੀਆਂ ਔਸ਼ਧੀਆਂ ਵਿੱਚ, ਦਵਾਈਆਂ ਦੇ ਵਿੱਚ ਇਹਨਾਂ ਦੀ ਵਰਤੋਂ ਕਰਦੇ ਨੇ। ਅੰਬਚੂਰ ਕਿਸ ਕੰਮ ਆਉਂਦਾ ਹੈ। ਅੰਬਚੂਰ ਹੁਣ ਉਹ ਜਦੋਂ ਆਪਣੀ ਵਿਸ਼ੇਸ਼ਤਾ ਦੱਸਦਾ ਹੈ ਕਿ ਮੈਂ ਤਾਂ ਚੀਜ਼ਾਂ ਨੂੰ ਮਤਲਬ ਜਿਹੜਾ ਖੱਟੀਆਂ ਕਰਦਾ, ਖਟਿਆਈ ਆ ਮੇਰੇ ਤੋਂ ਬਿਨਾਂ। ਠੀਕ ਹੈ, ਬੜੇ ਖਾਣੇ ਜਿਹੜੇ ਆ ਉਹ ਉਹਨਾਂ ਦੀ ਖਟਿਆਈ ਵਾਸਤੇ ਇਹਨੂੰ ਵਰਤਿਆ ਜਾਂਦਾ। ਅਤੇ ਨਾਲ ਹੀ ਉਹ ਕਹਿੰਦਾ ਕਿ ਮੇਰੇ ਵਰਗੀ ਖਟਿਆਈ ਨਾ ਤਾਂ ਸੌਂਫ, ਜਵੈਣ, ਇਲਾਚੀ ਕੋਈ ਵੀ ਨਹੀਂ ਇਸ ਤਰ੍ਹਾਂ ਕਰ ਸਕਦਾ। ਅਨਾਰਦਾਨਾ ਕਿਹੜੇ ਦੇਸ਼ ਤੋਂ ਆਇਆ ਸੀ, ਇਸ ਦੀ ਵਰਤੋਂ ਕਿਸ ਚੀਜ਼ ਵਿੱਚ ਹੁੰਦੀ ਹੈ। ਅਨਾਰਦਾਨਾ ਦੱਸਦਾ ਹੈ ਕਿ ਉਹ ਕਸ਼ਮੀਰ ਤੋਂ ਆਇਆ ਸੀਗਾ ਅਤੇ ਉਸ ਦੀ ਵਰਤੋਂ ਵੀ ਖਾਣਿਆਂ ਨੂੰ ਖੱਟਿਆਂ ਕਰਨ ਵਾਸਤੇ ਹੁੰਦੀ ਹੈ।
ਤੇ ਪੁਦੀਨੇ ਦੀ ਚਟਨੀ ਤਾਂ ਉਸ ਤੋਂ ਬਗੈਰ ਬਣ ਹੀ ਨਹੀਂ ਸਕਦੀ। ਪੁਦੀਨੇ ਦਾ ਇਲਾਚੀ ਤੇ ਦੂਜੀਆਂ ਚੀਜ਼ਾਂ ਬਾਰੇ ਕੀ ਵਿਚਾਰ ਸੀ? ਹਾਂ, ਇਹ ਸਭ ਤੋਂ ਵਧੀਆ ਇੱਕ ਉਹਦਾ ਸੋਚ ਸੀ, ਫੈਸਲਾ ਸੀਗਾ ਕਿ ਉਹਨੇ ਆਖਿਆ ਕਿ ਇਲਾਚੀ ਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ, ਕਿਉਂਕਿ ਅਸੀਂ ਸਾਰੇ ਹੀ ਕਿਸੇ ਨਾ ਕਿਸੇ ਗੁਣ ਦੇ ਮਾਲਕ ਹਾਂ ਤੇ ਅਸੀਂ ਆਪਣੇ ਥਾਂ ਸਾਰੇ ਹੀ ਚੰਗੇ ਹਾਂ ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ। ਸਾਨੂੰ ਇੱਕ ਦੂਜਿਆਂ ਦੇ ਇਸ ਤਰ੍ਹਾਂ ਦੇ ਜਿਹੜੇ ਆ ਆਪਣੀਆਂ ਵਿਸ਼ੇਸ਼ਤਾ ਦੱਸਦੇ ਹੋਏ ਦੂਜਿਆਂ ਦੇ ਔਗੁਣਾਂ ਨੂੰ, ਦੂਜਿਆਂ ਦੇ ਮਤਲਬ ਜਿਹੜੇ ਆ ਛੋਟੇ ਗੁਣ ਆ ਉਹਨਾਂ ਨੂੰ ਨਹੀਂ ਦੱਸਣਾ ਚਾਹੀਦਾ, ਬਲਕਿ ਸਾਰਿਆਂ ਦੇ ਆਪੋ ਆਪਣੇ ਗੁਣਾਂ ਦੀ ਵਿਸ਼ੇਸ਼ਤਾ ਦੱਸਣੀ ਚਾਹੀਦੀ ਹੈ। ਪੁਦੀਨੇ ਦੀ ਕੀ ਗੱਲ ਕੀਤੀ ਤੇ ਪੁਦੀਨੇ ਦੀ ਗੱਲ ਸੁਣ ਕੇ ਸਾਰਿਆਂ ਨੇ ਕੀ ਵਚਨ ਦਿੱਤਾ? ਪੁਦੀਨੇ ਨੇ ਤਾਂ ਬੇਟਾ ਇਹੋ ਗੱਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ ਤੇ ਸਾਨੂੰ ਕਦੀ ਵੀ ਇੱਕ ਦੂਜੇ ਦੇ ਨਾਲ ਇਹੋ ਜਿਹਾ ਵਿਰੋਧ ਵਾਲਾ ਭਾਵ ਨਹੀਂ ਰੱਖਣਾ ਚਾਹੀਦਾ। ਤੇ ਫਿਰ ਸਾਰਿਆਂ ਨੇ ਜਦ ਪੁਦੀਨੇ ਦੀ ਇਹ ਗੱਲ ਸੁਣੀ ਤਾਂ ਉਹਨਾਂ ਨੇ ਆਖਿਆ ਵੀ ਇਹ ਤਾਂ ਉਸ ਦੀ ਬੜੀ ਹੀ ਚੰਗੀ ਗੱਲ ਹੈ, ਇਨਸਾਫ ਵਾਲੀ ਗੱਲ ਹੈ। ਤੇ ਸਾਰਿਆਂ ਨੇ ਉਹਨਾਂ ਨੂੰ ਵਚਨ ਦੇ ਦਿੱਤਾ ਕਿ ਅਸੀਂ ਸਾਰੇ ਹੀ ਰਲ ਮਿਲ ਕੇ ਰਿਹਾ ਕਰਾਂਗੇ। ਅਗਲਾ ਬੇਟਾ ਹੈਗਾ ਏ ਮਤਲਬ ਔਖੇ ਸ਼ਬਦਾਂ ਦੇ ਅਰਥ। ਜਿਵੇਂ ਆਮ ਜਾਂ ਸਮਾਨਾਰਥੀ ਸ਼ਬਦ ਆਪਾਂ ਇਹਨਾਂ ਨੂੰ ਆਖ ਸਕਦੇ ਹਾਂ: ਬੇਲੀ, ਮਿੱਤਰ, ਦੋਸਤ, ਯਾਰ, ਉੱਤਮ, ਵਧੀਆ, ਚੰਗਾ, ਸ਼੍ਰੇਸ਼ਟ, ਵਚਨ, ਵਾਅਦਾ, ਇਕਰਾਰ, ਕੌਲ, ਪ੍ਰਣ, ਇਤਬਾਰ, ਯਕੀਨ, ਭਰੋਸਾ, ਵਿਸ਼ਵਾਸ, ਇਨਸਾਫ, ਨਿਆਂ, ਸੱਚ ਝੂਠ ਦਾ ਨਿਤਾਰਾ ਕਰਨਾ, ਵੈਦ ਹਕੀਮ। ਆਯੁਰਵੈਦਿਕ ਦਵਾਈਆਂ ਦੁਆਰਾ ਬਿਮਾਰੀਆਂ ਦਾ ਇਲਾਜ ਕਰਨ ਵਾਲੇ ਆਦਮੀ ਨੂੰ ਵੈਦ ਜਾਂ ਹਕੀਮ ਆਖਦੇ ਨੇ। ਪੂਤਨਾ, ਪੁਦੀਨਾ, ਜਿਹਨੂੰ ਆਮ ਕਈ ਇਲਾਕਿਆਂ 'ਚ ਪੂਤਨਾ ਵੀ ਕਹਿ ਦਿੰਦੇ ਨੇ। ਕੁਝ ਸ਼ਬਦ ਨੇ ਬੇਟਾ ਇਹਨਾਂ ਦੀ ਤੁਸੀਂ ਵਾਕਾਂ ਵਿੱਚ ਵਰਤੋਂ ਕਰਕੇ ਕਾਪੀ 'ਤੇ ਲਿਖਣਾ ਹੈ। ਰਸੋਈ, ਅਲਮਾਰੀ, ਮਠਿਆਈ, ਸ਼ਰਬਤ, ਅਸਮਾਨ। ਤੁਸੀਂ ਆਪਣੇ ਸੋਚ ਕੇ, ਜ਼ਰੂਰੀ ਨਹੀਂ ਪਾਠ ਦੇ ਆਧਾਰ 'ਤੇ, ਤੁਸੀਂ ਲਿਖੋ ਕਿ ਮੈਂ ਰਸੋਈ ਵਿੱਚ ਪਾਣੀ ਦਾ ਗਿਲਾਸ ਭਰ ਕੇ ਲੈ ਕੇ ਆਇਆ। ਅਲਮਾਰੀ, ਮੇਰੀ ਕੱਪੜਿਆਂ ਦੀ ਅਲਮਾਰੀ ਬੜੀ ਸਾਫ਼ ਸੁਥਰੀ ਹੈ। ਮਠਿਆਈ, ਪਿਤਾ ਜੀ ਕੱਲ੍ਹ ਮਠਿਆਈ ਲੈ ਕੇ ਆਏ। ਸ਼ਰਬਤ, ਮਹਿਮਾਨ ਆਉਣ 'ਤੇ ਸ਼ਰਬਤ ਬਣਾਇਆ ਗਿਆ। ਅਸਮਾਨ, ਮੈਨੂੰ ਅਸਮਾਨ ਬੜਾ ਹੀ ਪਿਆਰਾ ਲੱਗਦਾ ਹੈ। ਸੋ ਇਸ ਤਰ੍ਹਾਂ ਤੁਸੀਂ ਛੋਟੇ ਛੋਟੇ ਵਾਕ ਬਣਾ ਕੇ ਆਪਣਾ ਸ਼ਬਦ ਭੰਡਾਰ ਵਧਾ ਸਕਦੇ ਹੋ। ਹੁਣ ਬੇਟਾ ਕੁਝ ਸਹੀ ਗਲਤ ਆਪਾਂ ਚੁਣਨੇ ਵਾਕ। ਪਹਿਲਾ ਵਾਕ ਹੈਗਾ: ਸ਼ਾਮ ਵੇਲੇ ਇਲਾਚੀ ਨੂੰ ਬੜੀ ਗਰਮੀ ਲੱਗੀ। ਕੀ ਇਹ ਸਹੀ ਸੀ? ਸ਼ਾਮ ਵੇਲੇ ਲੱਗੀ ਸੀ ਉਹਨੂੰ? ਨਹੀਂ, ਉਸਨੂੰ ਦੁਪਹਿਰ ਵੇਲੇ ਲੱਗੀ ਸੀ, ਇਸ ਕਰਕੇ ਇਹ ਗਲਤ ਆ। ਪੁਦੀਨੇ ਨੂੰ ਢੱਕਣ ਬੜਾ ਠੰਡਾ ਲੱਗਾ ਨਾ, ਪੁਦੀਨੇ ਨੂੰ ਢੱਕਣ ਬੜਾ ਗਰਮ ਲੱਗਾ ਸੀਗਾ, ਇਹ ਵੀ ਗਲਤ। ਸੌਂਫ ਤੇ ਜਵੈਣ ਇਕੱਠੀਆਂ ਬੈਠੀਆਂ ਸਨ, ਇਹ ਬਿਲਕੁਲ ਸਹੀ ਜਵਾਬ ਹੈ ਕਿਉਂਕਿ ਦੋਨੋਂ ਇਕੱਠੀਆਂ ਬੈਠੀ ਸਨ। ਹੁਣ ਕੁਝ ਬੇਟਾ ਵਿਆਕਰਨ ਦੇ ਨਾਲ ਜੁੜੇ ਨੇ, ਜਿਵੇਂ ਰਸੋਈ ਦੀ ਅਲਮਾਰੀ ਵਿੱਚ ਇਲਾਚੀ, ਸੌਂਫ, ਜਵੈਣ, ਅੰਬਚੂਰ ਅਤੇ ਅਨਾਰਦਾਨਾ ਵੱਖ-ਵੱਖ ਲਿਫਾਫਿਆਂ ਅੰਦਰ ਬੈਠੇ ਰਹਿੰਦੇ ਸਨ। ਹੁਣ ਇਹਨਾਂ ਦੇ ਵਿੱਚ ਕੁਝ ਉਹਨਾਂ ਨੇ ਸ਼ਬਦਾਂ ਦੇ ਹੇਠਾਂ ਲਕੀਰਾਂ ਲਾਈਆਂ ਨੇ। ਜਿਹੜੇ ਸ਼ਬਦ ਨੇ: ਰਸੋਈ, ਅਲਮਾਰੀ, ਇਲਾਚੀ, ਸੌਂਫ, ਜਵੈਣ, ਅੰਬਚੂਰ, ਅਨਾਰਦਾਨਾ ਅਤੇ ਲਿਫਾਫੇ। ਹੁਣ ਇਹ ਸਾਰੇ ਸ਼ਬਦ ਕੀ ਹੈ? ਇਹ ਸਾਰੇ ਸ਼ਬਦ ਨਾਮ ਸ਼ਬਦ ਨੇ, ਕਿਉਂਕਿ ਇਹ ਕਿਸੇ ਨਾ ਕਿਸੇ ਚੀਜ਼ ਦੇ ਨਾਮ ਵੱਲ ਇਸ਼ਾਰਾ ਕਰਦੇ ਨੇ। ਅਤੇ ਜਿਹੜੇ ਸ਼ਬਦ ਕਿਸੇ ਵਸਤੂ ਦੇ, ਜੀਵ ਦੇ, ਸਥਾਨ ਦੇ, ਭਾਵ ਦੇ ਨਾਮ ਦਾ ਸਾਨੂੰ ਬੋਧ ਕਰਾਉਂਦੇ ਨੇ, ਗੁਣਾਂ ਦਾ ਜ਼ਿਕਰ ਕਰਦੇ ਨੇ, ਉਹਨਾਂ ਨੂੰ ਨਾਮ ਆਖਿਆ ਜਾਂਦਾ ਹੈ, ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ। ਅਤੇ ਬੇਟਾ ਇਹਨਾਂ ਦੀ 5 ਕਿਸਮਾਂ ਹੁੰਦੀਆਂ ਨੇ ਨਾਮ ਦੀਆਂ: ਆਮ ਨਾਮ ਜਾਂ ਜਾਤੀਵਾਚਕ ਨਾਮ, ਦੂਸਰਾ ਖਾਸ ਨਾਮ, ਤੀਸਰਾ ਪਦਾਰਥਵਾਚਕ ਜਾਂ ਵਸਤੂਵਾਚਕ ਨਾਮ, ਚੌਥਾ ਇਕੱਠਵਾਚਕ ਜਾਂ ਸਮੂਹਵਾਚਕ ਨਾਮ, ਅਤੇ ਪੰਜਵਾਂ ਹੈ ਬੇਟਾ ਭਾਵਵਾਚਕ ਨਾਮ। ਸੋ ਇਹ ਜਿਹੜੇ ਨਾਮ ਸੀਗੇ, ਇਸ ਤਰ੍ਹਾਂ ਤੁਸੀਂ ਆਪਣੀ ਇਸ ਪੁਸਤਕ ਦੀ ਇਸ ਪਾਠ ਵਿੱਚੋਂ ਕੁਝ ਹੋਰ ਨਾਮ ਚੁਣ ਕੇ ਆਪਣੀ ਕਾਪੀ 'ਤੇ ਲਿਖ ਲੈਣੇ ਆ। ਹੁਣ ਆਪਾਂ ਬੇਟਾ ਛੋਟੇ ਜਿਹੇ ਸਵਾਲਾਂ ਵੱਲੇ ਆਉਣੇ ਆ, ਤੁਸੀਂ ਉਹਨਾਂ ਦੇ ਜਵਾਬ ਦੇਣੇ ਆ। ਮੇਰਾ ਨੰਬਰ ਨੋਟ ਕਰ ਲਓ: 98 155 20 66। ਤੁਸੀਂ ਮੈਨੂੰ ਇਹ ਜਿਹੜੇ ਆ ਇਹਨਾਂ ਦੇ ਜਿਹੜੇ ਜਵਾਬ ਆ ਉਹ ਤੁਸੀਂ ਭੇਜ ਦੇਣਾ ਵਟਸਐਪ 'ਤੇ। ਪਹਿਲਾ ਸੀਗਾ ਕਿ ਜਿਹੜਾ ਸਭ ਤੋਂ ਪਹਿਲਾਂ ਅਲਮਾਰੀ 'ਚੋਂ, ਲਿਫਾਫੇ 'ਚੋਂ ਕੌਣ ਬਾਹਰ ਆਇਆ ਸੀਗਾ? ਠੀਕ ਹੈ, ਇਹਨਾਂ ਸਾਰੀਆਂ ਚੀਜ਼ਾਂ 'ਚੋਂ ਕੌਣ ਪਹਿਲੇ ਬਾਹਰ ਆਇਆ ਸੀਗਾ? ਹਾਂ। ਦੂਜਾ ਸਵਾਲ ਆ ਕਿ ਵੈਦ ਅਤੇ ਹਕੀਮ ਕਿਹੜੀ ਚੀਜ਼ ਨੂੰ ਵਰਤਦੇ ਨੇ? ਤੁਸੀਂ ਉਹਦਾ ਜਵਾਬ ਵੀ ਦੇਣਾ। ਠੀਕ ਹੈ। ਅਗਲਾ, ਕਸ਼ਮੀਰ ਤੋਂ ਕਿਹੜੀ ਚੀਜ਼ ਆਈ ਸੀਗੀ? ਠੀਕ ਹੈ। ਅਤੇ ਢੱਕਣ 'ਤੇ, ਪਤੀਲੇ ਦੇ ਢੱਕਣ 'ਤੇ ਕੌਣ ਉਤਰ ਕੇ ਥੱਲੇ ਆਇਆ ਸੀਗਾ? ਚੌਥਾ ਸਵਾਲ। ਅਤੇ ਪੰਜਵਾਂ ਅਤੇ ਅਖੀਰਲਾ ਸਵਾਲ ਆ ਬੇਟਾ, ਇਹ ਤੁਸੀਂ ਜਵਾਬ ਮੈਨੂੰ 5 ਹੀ ਸਵਾਲਾਂ ਦੇ ਦੇਣੇ ਨੇ ਕਿ ਸਾਰਿਆਂ 'ਚੋਂ ਸਿਆਣੀ ਗੱਲ
ਕਿਸ ਨੇ ਆਖੀ ਸੀਗੀ। ਠੀਕ ਹੈ, ਇਹ 5 ਸਵਾਲ ਨੇ ਛੋਟੇ ਜਿਹੇ, ਇੱਕ ਇੱਕ ਸ਼ਬਦ ਦਾ ਇਹਨਾਂ ਦਾ ਜਵਾਬ ਆ, 2-2 ਸ਼ਬਦ ਦਾ ਤੁਸੀਂ ਇਹ ਦੇ ਦੇਣਾ। ਠੀਕ ਹੈ, ਅਤੇ ਮੈਨੂੰ ਤੁਸੀਂ ਭੇਜ ਦੇਣਾ ਹੈ। ਫਿਰ ਕਿਸੇ ਦਿਨ ਤੁਹਾਡੀ ਕਲਾਸ ਦੀ ਕੋਈ ਹੋਰ ਕਹਾਣੀ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗਾ। ਤਦ ਤੱਕ ਧੰਨਵਾਦ। ਦੁਆਬਾ ਰੇਡੀਓ।